ਹੈਲੋ एवरीवन, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਲਕਮ ਟੂ ਇਲੈਕਟ੍ਰਿਕ ਇੰਗਲਿਸ਼। ਆਈ ਐਮ ਪੀਯੂਸ਼ ਜਿੰਦਲ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਐਕਸਾਈਜ਼ ਦਾ 2021 ਦਾ ਪੇਪਰ ਡਿਸਕਸ ਕਰਾਂਗੇ, ਜਿਹਦੇ ਵਿੱਚ ਇੰਗਲਿਸ਼ ਦੇ 10 ਕੁਐਸਚਨਸ ਆਏ ਸੀ। ਆਪਾਂ ਉਹ ਡਿਸਕਸ ਕਰਾਂਗੇ ਜੀ। ਇਸ ਵਾਰ ਜਿਹੜਾ 2023 ਦੇ ਵਿੱਚ ਪੇਪਰ ਹੋਣਾ ਜੀ, ਉਹਦੇ ਇੰਗਲਿਸ਼ ਦੇ 15 ਕੁਐਸਚਨ ਆਉਣਗੇ। ਤਾਂ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ। ਇੱਕ ਚੀਜ਼ ਦਾ ਆਪਾਂ ਹੋਰ ਧਿਆਨ ਰੱਖਣਾ ਕਿ ਜਦੋਂ ਵੀ ਆਪਾਂ ਕੋਈ ਵੀ ਪੁਰਾਣਾ ਪੇਪਰ ਦੇਖਦੇ ਹਾਂ ਜੀ, ਤਾਂ ਇਹ ਚਾਂਸਿਸ ਜ਼ਿਆਦਾ ਹੁੰਦੇ ਨੇ ਵੀ ਉਸ ਕੰਸੈਪਟ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਵੇ, ਚਾਹੇ ਉਹ ਵੋਕੈਬਲਰੀ ਹੈ, ਚਾਹੇ ਉਹ ਗ੍ਰਾਮਰ ਹੈ। ਹੁਣ ਗ੍ਰਾਮਰ ਦਾ ਸੇਮ ਕੁਐਸਚਨ ਰਿਪੀਟ ਹੋਣਾ ਤਾਂ ਬਹੁਤ ਘੱਟ ਚਾਂਸਿਸ ਨੇ, ਲੇਕਿਨ ਹੋ ਸਕਦਾ ਵੀ ਉਸੇ ਕੰਸੈਪਟ ਦੇ ਉੱਪਰ ਲੈਂਗੁਏਜ ਚੇਂਜ ਕਰਕੇ ਕੁਐਸਚਨ ਆ ਜਾਏ, ਕੰਟੈਕਸਟ ਚੇਂਜ ਕਰਕੇ ਕੁਐਸਚਨ ਆ ਜਾਏ। ਸਿਨੋਨੀਮ ਐਂਟੋਨੀਮ ਦਾ ਹੋ ਸਕਦਾ ਸੇਮ ਐਗਜ਼ੈਕਟਲੀ ਸਾਰੀਆਂ ਵਰਡ ਜਾਂ ਫਿਰ ਆਪਸ਼ਨਾਂ ਸੇਮ ਆਏ, ਹੋ ਸਕਦਾ ਆਪਸ਼ਨਾਂ ਦੇ ਵਿੱਚੋਂ ਕੁਝ ਪੁੱਛਿਆ ਜਾਵੇ। ਤਾਂ ਡਿਟੇਲ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਕਾਪੀ ਪੈਨ ਲੈ ਕੇ ਨੋਟ ਜ਼ਰੂਰ ਕਰਨਾ ਹੈ। ਰੀਸੈਂਟਲੀ ਜਿਹੜੇ ਵੀ ਆਪਾਂ ਐਨਾਲਿਸਿਸ ਕੀਤੇ ਨੇ ਜੀ ਡਿਸਕਸ ਚੈਨਲ ਤੇ, ਉਹ ਤੁਸੀਂ ਸਾਰੇ ਐਨਾਲਿਸਿਸ ਦੇਖਣੇ ਨੇ ਜੀ। ਆਪਾਂ ਕਾਫੀ ਸਾਰੇ ਐਨਾਲਿਸਿਸ ਕਰ ਚੁੱਕੇ ਹਾਂ। ਐਂਡ ਜਿਹੜੇ ਸਟੂਡੈਂਟ ਸਾਡੇ ਤੋਂ ਇੰਗਲਿਸ਼ ਪੜ੍ਹਨਾ ਚਾਹੁੰਦੇ ਨੇ, ਤਾਂ ਮੰਜ਼ਿਲ ਬੈਚ ਹੈ ਜੀ ਸਾਡਾ ਇੰਗਲਿਸ਼ ਦਾ, 0 ਲੈਵਲ ਤੋਂ ਸ਼ੁਰੂ ਹੁੰਦਾ। ਸਾਰੀ ਡਿਟੇਲ ਇਸ ਵੀਡੀਓ 'ਚ ਦਿੱਤੀ ਗਈ ਹੈ। ਲਾਸਟ 40 ਡੇਜ਼ ਵਾਲੀ ਵੀਡੀਓ ਤੁਸੀਂ ਦੇਖ ਲਿਓ, ਤੁਹਾਨੂੰ ਸਾਰੀ ਇਹ ਚੀਜ਼ ਸਮਝ ਆ ਜਾਊਗੀ। ਅਗਰ ਤੁਸੀਂ ਪਟਵਾਰੀ ਦੀ ਤਿਆਰੀ ਕਰਨੀ ਹੈ, ਤੁਹਾਨੂੰ ਸਾਰਾ ਕੁਝ ਇੱਥੋਂ ਪਤਾ ਚੱਲ ਜਾਊਗਾ। ਠੀਕ ਹੈ ਜੀ। ਐਕਸਾਈਜ਼ ਦੀ ਕਰਨੀ ਹੈ, ਪਟਵਾਰੀ ਦੀ ਕਰਨੀ ਹੈ, ਕਲਰਕ ਦੀ ਕਰਨੀ ਹੈ, ਜਿਹੜੀ ਵੀ ਤੁਸੀਂ ਤਿਆਰੀ ਕਰ ਰਹੇ ਹੋ। ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਹੈ, one should take advantage of the opportunities to talk with the native speakers if one wants to improve your English। ਹੁਣ ਦੇਖੋ ਕੀ ਕਹਿ ਰਹੇ ਸਭ ਤੋਂ ਪਹਿਲਾਂ ਕਿ ਕਿਸੇ ਵੀ ਇਨਸਾਨ ਨੂੰ ਅਗਰ ਆਪਾਂ ਅੰਗਰੇਜ਼ੀ ਇੰਪਰੂਵ ਕਰਨੀ ਹੈ, ਤਾਂ ਜਿਹੜੇ ਉੱਥੇ ਦੇ ਨੇਟਿਵ ਸਪੀਕਰਸ ਨੇ, ਉਹਨਾਂ ਦੇ ਏਰੀਏ ਦੇ ਸਪੀਕਰਸ ਨੇ, ਉਹਨਾਂ ਨਾਲ ਗੱਲਬਾਤ ਕਰਨਾ। ਉਹਨਾਂ ਨਾਲ ਗੱਲਬਾਤ ਕਰਕੇ ਫਾਇਦਾ ਕੀ ਹੋਊਗਾ, ਕਿਉਂਕਿ ਜਿਹੜੇ ਚੈਲੰਜਿਸ ਤੁਸੀਂ ਫੇਸ ਕਰ ਰਹੇ ਹੋ, ਉਹੋ ਜਿਹੇ ਚੈਲੰਜਿਸ ਉਹਨਾਂ ਨੇ ਫੇਸ ਕੀਤੇ ਹੋਣਗੇ। ਵੀ ਉੱਥੇ ਉਹ ਸੋਰਸਿਸ ਹੈਗੇ ਸੀ ਜਾਂ ਨਹੀਂ ਹੈਗੇ ਸੀ, ਉਹਨਾਂ ਨੇ ਕਿਹੜੇ ਸੋਰਸਿਸ ਨੂੰ ਫੋਲੋ ਕੀਤਾ, ਤਾਂ ਉਹ ਤੁਹਾਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਹੈਲਪ ਕਰ ਸਕਦੇ ਨੇ ਉਹ ਚੀਜ਼ ਨੂੰ ਗੇਨ ਕਰਨ ਦੇ ਵਿੱਚ। ਸੈਂਟੈਂਸ ਦਾ ਮੀਨਿੰਗ ਸਮਝ ਆ ਗਿਆ ਜੀ। ਨੇਟਿਵ ਦਾ ਮਤਲਬ ਕੀ ਹੈ, ਜਿਹੜੇ ਤੁਹਾਡੇ ਏਰੀਏ ਦੇ ਹੋਣ। ਠੀਕ ਹੈ। ਇੰਡੀਜੀਨੀਅਸ ਵੀ ਆਪਾਂ ਇਹਨੂੰ ਕਹਿੰਦੇ ਹਾਂ ਜੀ, ਇੰਡੀਜੀਨੀਅਸ ਵਰਡ ਪੁੱਛ ਚੁੱਕੇ ਨੇ ਜੀ। ਹੁਣ ਗੱਲ ਕਰਦੇ ਹਾਂ ਇਸ ਦੀ ਗਲਤੀ ਕੀ ਹੈ। ਇਸ ਕੁਐਸਚਨ ਤੋਂ ਪਹਿਲਾਂ ਆਪਾਂ 2-3 ਕੁਐਸਚਨ ਹੋਰ ਦੇਖਦੇ ਹਾਂ ਜੀ। ਆਪਾਂ ਧਿਆਨ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। 3 ਸੈਂਟੈਂਸਿਸ ਲਿਖੇ ਨੇ ਆਪਾਂ। one should respect one's parents, one of them should call one's parents, one of you should call one's parents। ਤੁਸੀਂ ਦੇਖ ਪਾਓਗੇ ਕਿ ਇਹਨਾਂ ਸਾਰੇ ਸੈਂਟੈਂਸਿਸ ਦੇ ਵਿੱਚ ਇੱਕ ਚੀਜ਼ ਕਾਮਨ ਹੈ ਕਿ ਸਭ ਦਾ ਜਿਹੜਾ ਸਬਜੈਕਟ ਹੈ ਕੀ ਹੈ, one ਹੈ। ਮੈਂ ਹਮੇਸ਼ਾ ਕਹਿੰਦਾ ਵੀ ਕਦੇ ਵੀ ਕਿਸੇ ਵੀ ਵਰਡ ਦੀ ਫੇਸ ਵੈਲਿਊ ਨਹੀਂ ਹੁੰਦੀ, ਫੰਕਸ਼ਨ ਦੀ ਵੈਲਿਊ ਹੁੰਦੀ ਹੈ। ਵੀ ਸ਼ਕਲ ਤੇ ਨਹੀਂ ਜਾਈਦਾ ਵੀ ਉਸ ਇਨਸਾਨ ਦਾ ਕਰੈਕਟਰ ਕਿਵੇਂ ਉਹ ਦੇਖੋ, ਉਹਦਾ ਫੰਕਸ਼ਨ ਕੀ ਹੈ ਉਹ ਦੇਖੋ, ਹੈ ਨਾ। ਤਾਂ ਹੁਣ ਧਿਆਨ ਨਾਲ ਸਮਝੋਗੇ। ਉਹਨੇ ਲਿਖਿਆ ਹੈ one should respect one's parents। ਹੁਣ ਮੈਨੂੰ ਇਹ ਦੱਸੋ ਕਿ ਆਪਾਂ ਉਰੇ ਦੇਖੋ ਲੈਂਗੁਏਜ 3 ਪਰਸਨ ਹੁੰਦੇ ਨੇ। ਇੱਕ ਫਸਟ ਪਰਸਨ ਬੋਲਣ ਵਾਲਾ ਸਪੀਕਰ, ਜਿਹਨੂੰ ਆਪਾਂ ਕਹਿੰਦੇ ਉਹਨੂੰ ਫਸਟ ਪਰਸਨ ਕਹਿੰਦੇ ਹਾਂ। ਸੁਣਨ ਵਾਲਾ ਲਿਸਨਰ, ਜਿਹਨੂੰ ਆਪਾਂ ਸੈਕਿੰਡ ਪਰਸਨ ਕਹਿੰਦੇ ਹਾਂ। ਜਾਂ ਫਿਰ ਜਿਹੜਾ ਨਾ ਤਾਂ ਬੋਲਣ ਵਾਲਾ ਨਾ ਸੁਣਨ ਵਾਲਾ, ਉਸ ਕਨਵਰਸੇਸ਼ਨ ਦਾ ਹਿੱਸਾ ਹੈ ਹੀ ਨਹੀਂ, ਉਹਨੂੰ ਆਪਾਂ ਥਰਡ ਪਰਸਨ ਕਹਿ ਦਿੰਦੇ ਹਾਂ। ਠੀਕ ਹੈ। ਇਹਨਾਂ ਦਾ ਸਭ ਨੂੰ ਪਤਾ ਹੋਊਗਾ। ਫਸਟ ਪਰਸਨ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਆਈ। ਅਗਰ 2 ਜ਼ਿਆਦਾ ਬੋਲਣ ਵਾਲੇ 2 ਹੋ ਜਾਣ ਤਾਂ ਵੀ। ਸੁਣਨ ਵਾਲਾ ਭਾਵੇਂ 1 ਹੈ, ਭਾਵੇਂ 4 ਨੇ, ਭਾਵੇਂ 50 ਨੇ, ਉਹਨੂੰ ਯੂ ਕਹਿੰਦੇ ਆ ਜੀ। ਅੱਛਾ, ਅਗਰ ਜਿਹੜਾ ਕਨਵਰਸੇਸ਼ਨ ਦਾ ਹਿੱਸਾ ਨਹੀਂ ਹੈਗਾ, ਅਗਰ ਤਾਂ ਉਹ ਮੇਲ ਹੈ, ਮੈਸਕੂਲਾਈਨ ਹੈ, ਤਾਂ ਹੀ ਆਜੂ। ਅਗਰ ਉਹ ਫੈਮੀਨਾਈਨ ਹੈ ਤਾਂ ਸ਼ੀ ਆਜੂ। ਅਗਰ ਉਹ ਨਾਨ ਲਿਵਿੰਗ ਹੈ ਤਾਂ ਇਟ ਆਜੂ। ਅਗਰ ਉਹ ਪਲੂਰਲ ਹੋ ਗਏ ਤਾਂ ਕੀ ਆਜੂ, ਦੇ ਆਜੂ। ਤਾਂ ਇਹ ਫੈਮਿਲੀ ਥਰਡ ਪਰਸਨ ਦੀ ਹੁੰਦੀ ਹੈ ਨਾ, ਸਭ ਨੂੰ ਪਤਾ। ਹੁਣ ਤੁਸੀਂ ਕੀ ਇਹ ਕੈਟਾਗਰਾਈਜ਼ ਕਰ ਸਕਦੇ ਹੋ, ਕੀ ਤੁਸੀਂ ਇਹ ਚੀਜ਼ ਕਹਿ ਸਕਦੇ ਹੋ ਵੀ ਜਿਹੜਾ ਇਹ ਲਿਖਿਆ ਹੋਇਆ ਵਨ ਲਿਖਿਆ ਹੋਇਆ, ਕਿ ਇਹ ਵਨ ਫਸਟ ਪਰਸਨ ਹੈ, ਇਹ ਆਈ ਹੈ ਜਾਂ ਵੀ ਹੈ ਜਾਂ ਯੂ ਹੈ ਜਾਂ ਹੀ ਹੈ ਜਾਂ ਸ਼ੀ ਹੈ। ਕੀ ਤੁਸੀਂ ਇਹਨੂੰ ਡਿਫਾਈਨ ਕਰ ਸਕਦੇ ਹੋ? ਨਹੀਂ, ਇਹਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ। ਅਗਰ ਇਹਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ, ਇਸੇ ਕਰਕੇ ਸਪੋਜ਼ ਕਰੋ ਕਿ ਮੈਂ ਹਿਜ਼ ਲਿਖਦਾ, ਉਰੇ ਹਿਜ਼ ਲਿਖਦਾ, ਉਹ ਕੁਐਸਚਨ 'ਚ ਉਵੇਂ ਕੀਤਾ ਹੋਇਆ, ਤਾਂ ਕੀ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਵਨ ਅਗਰ ਤੁਸੀਂ ਉਰੇ ਹਿਜ਼ ਲਿਖ ਦੋਗੇ ਤਾਂ ਤੁਸੀਂ ਇਹ ਉਹਨੂੰ ਲਿਮਿਟ ਕਰ ਦੋਗੇ ਕਿ ਇਹ ਸਿਰਫ ਇਸੇ ਕੈਟਾਗਰੀ, ਇਹ ਥਰਡ ਪਰਸਨ ਨਹੀਂ ਹੋ ਸਕਦਾ, ਯੂ ਜਾਂ ਫਸਟ ਨਹੀਂ ਹੋ ਸਕਦਾ। ਲੇਕਿਨ ਆਪਾਂ ਇਹ ਚੀਜ਼ ਤਾਂ ਕਹਿ ਹੀ ਨਹੀਂ ਸਕਦੇ। ਤਾਂ ਇਸ ਕਰਕੇ ਜਦੋਂ ਆਪਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਇਹ ਫਸਟ ਪਰਸਨ ਹੈ, ਸੈਕਿੰਡ ਪਰਸਨ ਹੈ, ਥਰਡ ਪਰਸਨ ਹੈ, ਤਾਂ ਆਪਾਂ ਉਰੇ ਹਿਜ਼ ਦਾ ਯੂਜ਼ ਕਰ ਨਹੀਂ ਸਕਦੇ। ਕੀ ਆਪਾਂ ਉਰੇ ਯੂਅਰ ਦਾ ਯੂਜ਼ ਕਰ ਸਕਦੇ? ਨਹੀਂ ਕਰ ਸਕਦੇ, ਕਿਉਂਕਿ ਆਪਾਂ ਫਿਰ ਉਹਨੂੰ ਇਹ ਸਮਝ ਲਾਂਗੇ ਕਿ ਇਹ ਸੁਣਨ ਵਾਲਾ, ਆਪਾਂ ਨੂੰ ਤਾਂ ਪਤਾ ਹੀ ਨਹੀਂ। ਤਾਂ ਇਸ ਕਰਕੇ ਜਦੋਂ ਆਪਾਂ ਨੂੰ ਪਤਾ ਹੀ ਨਹੀਂ, ਆਪਾਂ ਇਹਨੂੰ ਕੀ ਕਹਿੰਦੇ ਜੀ, ਇਨਡੈਫੀਨਿਟ ਪ੍ਰੋਨਾਊਨ। ਸਮਝ ਆ ਗਿਆ ਜੀ। ਇਨਡੈਫੀਨਿਟ ਪ੍ਰੋਨਾਊਨ ਕਿਉਂ ਕਹਿੰਦੇ ਆ? ਕਿਉਂਕਿ ਇਹਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ। ਅਗਰ ਇਹਨੂੰ ਡਿਫਾਈਨ ਕੀਤਾ ਹੀ ਨਹੀਂ ਜਾ ਸਕਦਾ, ਤਾਂ ਇਸੇ ਕਰਕੇ ਆਪਾਂ ਕੀ ਲਗਾ ਦਾਂਗੇ, ਵਨਸ। ਕਲੀਅਰ। ਸੈਕਿੰਡ ਆ ਜਾਓ। ਨਾਓ ਇਫ ਯੂ ਸੀ, ਉਹ ਲਿਖਿਆ ਵਨ ਆਫ ਦੈਮ। ਜਿਹੜਾ ਹੁਣ ਆਹ ਵਨ ਹੈ ਨਾ, ਇੱਕ ਜਨਰਲ ਵਨ ਨਹੀਂ ਹੈ, ਇਹ ਤਾਂ ਜਨਰਲ ਵਨ ਸੀਗਾ। ਇਹ ਇਸ ਦੈਮ ਦਾ ਹਿੱਸਾ ਆ ਗਿਆ। ਦੈਮ ਕੌਣ ਹੈ ਜੀ? ਥਰਡ ਪਰਸਨ। ਤਾਂ ਇਹਦਾ ਮਤਲਬ ਜਿਹੜਾ ਆਹ ਵਿਅਕਤੀ ਹੈ, ਇਹ ਥਰਡ ਪਰਸਨ ਹੈ। ਅਗਰ ਉਰੇ ਇਹ ਥਰਡ ਪਰਸਨ ਹੈ, ਤਾਂ ਤੁਸੀਂ ਉਰੇ ਇਹਨੂੰ ਵਨਸ ਲਿਖਤਾ। ਵਨਸ ਦਾ ਮਤਲਬ ਤਾਂ ਫਸਟ ਵੀ ਹੋ ਸਕਦਾ, ਸੈਕਿੰਡ ਵੀ ਹੋ ਸਕਦਾ, ਥਰਡ ਵੀ ਹੋ ਸਕਦਾ। ਤਾਂ ਇਸ ਕਰਕੇ ਇਹਨੂੰ ਥਰਡ ਹੀ ਯੂਜ਼ ਕਰਨਾ ਪਊਗਾ, ਇਹ ਗਲਤ ਹੋ ਜੂ। ਤਾਂ ਇਸ ਕਰਕੇ ਆਪਾਂ ਉਰੇ ਕੀ ਲਿਖਾਂਗੇ, ਹਿਜ਼। ਸਮਝ ਆ ਗਿਆ ਜੀ। ਥਰਡ ਦੇਖੋਗੇ ਵਨ ਆਫ ਯੂ, ਉਰੇ ਕੀ ਲਿਖਿਆ ਹੋਇਆ, ਯੂ ਲਿਖਿਆ ਹੋਇਆ। ਤਾਂ ਇਹਦਾ ਮਤਲਬ ਜਿਹੜਾ ਇਹ ਵਨ ਹੈ, ਇਹ ਸੁਣਨ ਵਾਲਿਆਂ ਦੇ ਵਿੱਚੋਂ ਹੈ। ਅਗਰ ਇਹ ਸੁਣਨ ਵਾਲਿਆਂ ਦੇ ਵਿੱਚੋਂ ਹੈ ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਇਹ ਲਿਸਨਰ ਹੈ। ਅਗਰ ਇੰਨੀ ਗੱਲ ਸਮਝ ਆਏਗੀ ਤਾਂ ਇਹਦਾ ਮਤਲਬ ਕੀ ਹੋ ਗਿਆ, ਇਹ ਆਪਣਾ ਸੈਕਿੰਡ ਪਰਸਨ ਹੋ ਗਿਆ। ਅਗਰ ਇਹ ਸੈਕਿੰਡ ਪਰਸਨ ਹੋ ਗਿਆ ਤਾਂ ਇਸ ਕਰਕੇ ਉਰੇ ਵਨਸ ਲਿਖਣਾ ਗਲਤ ਹੋ ਜੂ, ਉਰੇ ਕੀ ਆ ਜੋ ਯੂ ਆਰ।
ਤਾਂ ਆਪਾਂ ਕੁਝ ਵੀ ਯਾਦ ਨਹੀਂ ਕਰ ਸਕਦੇ। ਲੈਂਗੁਏਜ ਕਦੇ ਵੀ ਫੇਸ ਵੈਲਿਊ ਤੇ ਨਹੀਂ, ਫੰਕਸ਼ਨ ਦੀ ਵੈਲਿਊ ਤੇ ਕੰਮ ਕਰਦੀ ਹੁੰਦੀ ਹੈ। ਤਾਂ ਹੁਣ ਜਿਵੇਂ ਤੁਸੀਂ ਉਰੇ ਦੇਖੋਗੇ, ਉਰੇ ਲਿਖਿਆ ਵਨ ਸ਼ੁੱਡ ਟੇਕ, ਇਹ ਜਨਰਲ ਹੈ, ਫਸਟ ਪਰਸਨ ਹੈ, ਸੈਕਿੰਡ ਪਰਸਨ ਹੈ, ਥਰਡ ਪਰਸਨ ਹੈ, ਡਿਫਾਈਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਨਰਲੀ ਗੱਲ ਹੋ ਰਹੀ ਹੈ। ਤਾਂ ਇਸ ਕਰਕੇ ਇਹਦੇ ਲਈ ਆਪਾਂ ਇਹਨੂੰ ਲਿਮਿਟ ਨਹੀਂ ਕਰ ਸਕਦੇ ਯੂਅਰ ਤੱਕ, ਤਾਂ ਆਪਾਂ ਨੂੰ ਕੀ ਲਿਖਣਾ ਪਊਗਾ ਵਨਸ। ਤਾਂ ਇਸ ਕਰਕੇ ਸਹੀ ਆਨਸਰ ਕੀ ਆ ਜਾਊਗਾ ਜੀ ਡੀ। ਸੈਕਿੰਡ ਕੁਐਸਚਨ उन्हें लिखा वन एनीवन हु कम्स इन कंटैक्ट विद हिम इज इनैमर्ड ब्लैंक हिज करिस्मैटिक परसनैलिटी। जो इंसान भी ਉਹਦੇ ਕੰਟੈਕਟ ਦੇ ਵਿੱਚ ਆਉਂਦਾ ਉਹ ਇਨੈਮਰ ਹੋ ਜਾਂਦਾ ਉਹਦੀ ਕ੍ਰਿਸਮੈਟਿਕ ਪਰਸਨੈਲਿਟੀ ਦੇ ਨਾਲ। ਕ੍ਰਿਸਮੈਟਿਕ ਦਾ ਮਤਲਬ ਕੀ ਹੁੰਦਾ? ਅਟਰੈਕਟਿਵ। कोई चीज़ पावरफुल है ना, कोई चीज़ बहुत इंसान, कोई भी इंसान बहुत ज़्यादा पावरफुल है, इसे करके आप ਉਹਦੇ ਨਾਲ ਅਟਰੈਕਟ ਹੋ ਜਾਣਾ ਵੀ ਕਿੰਨਾ ਘੈਂਟ ਬੰਦਾ, ਉਹਦੀ ਪਾਵਰ ਕਿੰਨੀ ਹੈ ਦੇਖੋ ਯਾਰ। ਤਾਂ ਉਹੀ ਜੀ ਪਰਸਨੈਲਿਟੀ ਨੂੰ ਆਪਾਂ ਕਹਿੰਦੇ ਆ ਅਟਰੈਕਟਿਵ। ठीक है, समझ आ गया जी। एडजेक्टिव है ये। नाउ व्हाट इज इनैमर्ड। ठीक है, इनैमर्ड का मतलब की होंदा है किसी चीज़ नूं ज़्यादा पसंद करन लग जाना। टू लाइक समथिंग वेरी मच है ना, तो किसी चीज़ नूं बहुत ज़्यादा एक्सट्रीम पसंद करन लग जाना। अगर तुसी किसी भी चीज़ नूं किसी डिजायर्ड लैवल तो ज़्यादा करन लग जाने तो हमेशा नैगेटिव होंदी है। तो इस करके इट इज़ अ नैगेटिव वर्ड। तो इनैमर्ड का मतलब की है बी अट्रैक्टेड, अट्रैक्टेड विद हिज करिस्मैटिक परसनैलिटी, अट्रैक्टेड ऑफ हिज परसनैलिटी है ना। तो दोवें सही ने जी। तो हुण तुसीं ध्यान नाल देखोगे इनैमर्ड दे नाल आपां ऑफ दा यूज़ करते हैं जी ज़्यादातर, लेकिन विद दा यूज़ भी कर सकते हैं। पेपर दे विच जो लास्ट टाइम सोल्यूशन कराया सी, उदों मैं ऑफ कराया सी, उन्होंने ऑफ ही आंसर दिता सी, लेकिन मैं भी दस्सिया सी कि अगर कोई स्टूडेंट विद लगा के आया तो ये भी बिल्कुल सही है। तो यदि आपां नूं बाद दे विच ग्रेस भी मिली सी जिहड़े स्टूडेंट विद लगा गए सी। ठीक है जी। तो ऑफ ते विद इनैमर्ड दे नाल दोवें सही है। इसदा मतलब की है किसी चीज़ नूं बहुत ज़्यादा चाहन लग जाना। सेंटेंस का मीनिंग की है भी जो भी इंसान उहदे कंटैक्ट दे विच आंदा है तो उहदी करिस्मैटिक अट्रैक्टिव परसनैलिटी नूं बहुत ज़्यादा चाहन लग जाता है। ठीक है जी। नेक्स्ट, he is a strange fellow, it is very difficult to deal with him, it seems that he is a bee in his bonnet। तो ਹੁਣ ਜਿਹੜਾ ਇੱਕ ਈਡੀਅਮ ਲਿਖਿਆ ਹੈ ਬੀ ਇਨ ਹਿਸ ਬੋਨਟ ਹੈ ਨਾ। ਬੀ ਦਾ ਮਤਲਬ ਤੁਸੀਂ ਐ ਬੋਨਟ ਦਾ ਮਤਲਬ ਤੁਹਾਨੂੰ ਪਤਾ ਕੀ ਹੁੰਦਾ, ਜਿਵੇਂ ਕਾਰ 'ਚ ਬੋਨਟ ਹੁੰਦਾ ਜੀ। ਹੁਣ ਤੁਸੀਂ ਐ ਸਮਝ ਲਓ ਕਿ ਜਿਹੜੀ ਮੱਖੀ ਹੈ ਕਿਸੇ ਚੀਜ਼ 'ਤੇ ਬੈਠਣ ਲੱਗ ਗਈ, ਉਹ ਦੁਬਾਰਾ ਉੱਤੇ ਬੈਠੀ ਜਾਂਦੀ ਹੈ। ਇਹਦਾ ਵੀ ਕੁਛ ਐ ਮੀਨਿੰਗ ਆਪਾਂ ਰਿਲੇਟ ਕਰ ਸਕਦੇ ਹਾਂ। ਹੁਣ ਜਿਵੇਂ ਮੈਂ ਕਹਾਂ कि कोई इंसान नूं है ना कोई चीज़ करनी पसंद है, उन्होंने लगता भी जिवें हैल्दी ईटिंग की मैं सपोज कर लो गल कर ला है ना, तो वो इंसान बार बार हैल्दी ईटिंग की गल करी जाऊगा, बार बार उसी चीज़ की गल करी जाना, उसी चीज़ का भूत सवार हो गया इंसान। दैट इज़ कॉल्ड बी इन द बोनट। बार बार किसी चीज़ बारे गल करना, वो बारे सोचना। ठीक है, तो यदा मतलब की हो सकता है एन अचीवमेंट, अचीवमेंट तो नहीं हैगी, एन ऑब्सैशन, ऑब्सैशन सही है जी, भूत सवार होगा किसी चीज़, वो बारे बार बार गल करी जाने भाई। तो बी इज़ अ करेक्ट आंसर। टू फेस प्रॉब्लम्स एज अ रिजल्ट ऑफ सेंसलैस एक्शन, सेंसलैस एक्शन की कोई गल है ही नहीं। पिकुलियर, पिकुलियर का मतलब की होंदा एक एडजेक्टिव है। पिकुलियर का मतलब रिसेंटली पेपरों के आया हुआ, पीवाई की बुक्स बहुत बार कवर कर लिया। इसका मतलब होंदा स्ट्रेंज, अनयूजुअल, ऑड, बिजार। बिजार आप रिसेंटली वर्ड पढ़े डबल आर ई, ध्यान रखना। तो ये सारे सिनोनियम्स ने, ये सारे वर्ड्स इंपॉर्टेंट ने। तो और कन्फ्यूज करना तो मतलब नहीं हो सकता। नेक्स्ट, रिनाउंस अ हाई पोजीशन ऑफ अथॉरिटी इन। रिनाउंस का मतलब होंदा टू गिव अप, किसी चीज़ नूं त्यागना, समथिंग ऑफिशियली, ऑफिशियली कह लो, पब्लिकली कह लो भाई, तुसीं किसी चीज़ नूं पब्लिकली अनाउंस करता तो ऑन रिकॉर्ड है भाई, रिकॉर्ड हो रहा तो ऑफिशियल है ना, बाद मूव कर नहीं सकते। तो रिनाउंस मतलब त्यागना। ठीक है, जिवें सब कोई हायर पोजीशन हो सकती है, कोई थोड़ा प्रिविलेज दिता गया है, कोई थोड़ा बेनीफिट दिते गए ने, सरकार वालों सपोज करो आम आदमी पार्टी वालों आपां नूं पंजाब दे विच 300 यूनिट फ्री दी गई है, मैं उन इस चीज़ नूं रिनाउंस करदा, मैं ये प्रिविलेज नूं त्यागदा भी आई रिनाउंस दिस प्रिविलेज कि मैनूं ये चीज़ नहीं चाहिए। दैट इज़ कॉल्ड रिनाउंसिंग। ठीक है जी। तो रिनाउंस ऑन या अपॉन दोवें प्रपोजिशन यूज होंदियां ने जी। पहला वर्ड है अबडक्ट। अबडक्ट एक वर्ब है जिहदा मतलब की अगवा करना, टू टेक समथिंग ऑफ इलीगली, इलीगल वे नाल किसी चीज़ नूं लैके जाना। अबैंडन भी एक वर्ब है, इसदा मतलब की है भी किसी चीज़ नूं लीव कर देना, किसी चीज़ नूं अल्टीमेटली छड्ड के चले जाना जिहदे तुसीं रिस्पोंसिबल हो। ध्यान रखना, जिस चीज़ लिए तुसीं रिस्पोंसिबल हो, अगर तुसीं उसी नूं छड्ड के जा रहे हो तो यू आर अबैंडनिंग। सपोज करो कोई इंसान अपने बच्चों छड्ड के चला जाए तो ही इज़ अबैंडनिंग हिज फैमिली। ठीक है, या फिर अबैंडन उत्थे यूज होंदा है भी जिथे थोड़ी यह जी इंटेंशन है तुसीं वापस कदे नहीं मुड़ के आओगे। दैट इज़ ऑल्सो कॉल्ड अबैंडनिंग। समझ आ गया। नाउ व्हाट इज़ अबॉट। अबॉट का मतलब होंदा टू फेल, अबाउट द मिशन। तुसीं बहुत बार मूवी से देखा होगा अबाउट अबाउट अबाउट। ठीक है, ये भी हो सकता है। या फिर तुसीं जदों प्रैगनेंसी का कंटैक्सट होंदा उदों भी तुसीं सुनिया होगा अबाउट द चाइल्ड। तो अबाउट का उदों की मतलब होंदा जी मिस कैरी। कैरी का मतलब चाइल्ड नूं कैरी करना या किसी चीज़ नूं कैरी करना। तो अबाउट का मतलब होंदा मिस कैरी, किसी चीज़ नूं कैरी ना करना। मिस कैरी इज़ अ वर्ब, इस तो ही वर्ड बनता मिस कैरेज।
मिसकैरेज बिकम्स अ नाउन, ठीक है जी, ध्यान रखना इस चीज़ का। नैक्सट इज एबडिकेट। एबडिकेट एक वर्ब होंगी है जिसका मतलब की होंगे टू गिव अप आ हायर पोजीशन, आ हायर पोस्ट, कोई भी हायर पोजीशन या हायर पोस्ट ਨੂੰ त्याग देना, दैट इज कॉल्ड एबडिकेट। तो ਇਹਦਾ ਜਿਹੜਾ सही आंसर है बेस्ट सूटेड वर्ड है वो की हो जाऊगा जी डी। नैक्सट है सूटेबल अल्टरनेटिव, ठीक है, देखना सही किहड़ा सेंटेंस है। ਹੁਣ देखो ਜਿਹੜਾ वर्ड यूज़ किया गया है दैट इज़ अवेल, ठीक है। अवेल ਦੇ ਨਾਲ ਤੁਸੀਂ ਬਹੁਤ ਵਾਰ ਪੜਿਆ ਹੋਊਗਾ, ਜਿਹੜੇ स्टूडेंट्स नहीं पढ़े ध्यान ਨਾਲ सुन लो। अवेल एक वर्ब होंगी है, अवेलेबल एक एडजेक्टिव होंगे, ठीक है, अवेलेबिलिटी एक नाउन होंगे जी। तो अवेल योरसेल्फ ऑफ समथिंग ज़्यादातर कोई भी किसी अपॉर्चुनिटी की किसी मौके की गल की जाती है, आप उदों ही ज़्यादा यूज़ करते हैं जी, ठीक है। तो खुद वो मौके ਇਹਦਾ मतलब क्या होंगे टू यूज़ दैट अपॉर्चुनिटी, या फिर वो अपॉर्चुनिटी अपने लिए अवेलेबल करवाना, ਇਹਦਾ मतलब ये भी हो सकता, ठीक है। ਹੁਣ द मैनेजर आस्क्ड हिम, अवेलेबल ऑफ नहीं हैगा जी, अवेल ऑफ तो हैगा, ऑफ योरसेल्फ नहीं हैगा। तो अवेल योरसेल्फ या हिमसेल्फ, मैनेजर की गल हो रही है, हिमसेल्फ ऑफ दिस अपॉर्चुनिटी सीम्स राइट, आप ये पढ़ लेना। अवेल हिमसेल्फ ऑफ मिसिंग है, तो सी इज द करेक्ट आंसर, ठीक है। अवेल योरसेल्फ ऑफ समथिंग, ऑफ एन अपॉर्चुनिटी एक्सेट्रा, ठीक है जी। नैक्सट अ मेजोरिटी ऑफ पैसेंजर्स। देखो हूँ तुम ध्यान देखोगे प्रोनाउन चो क्वेश्चन आया, तो मैं हमेशा कहना जी भी प्रोनाउन चो क्वेश्चन पूछता है पी प्लस बी, टेंस के क्वेश्चन पूछता है, कंडीशनल जो क्वेश्चन पूछता है, अब फिर क्वेश्चन कंडीशनल के आ गया जी, ठीक है। हुण आपां जिहड़ा प्रैक्टिस बूस्टर बैच शुरू किया वो तुहानूं आ क्वेश्चन भी कराते है, जो क्वेश्चन भी कराते, तो हाँ मेजोरिटी भी तुहानूं दसता उस दिन सारा कुछ करवाया हो जी, एक चीज़ मंजिल बैच के तो सारा कुछ ही कवर्ड है, ठीक है। A majority of passengers could have been saved if the driver had applied brakes in time, ठीक है। तो भाई मेजोरिटी का मतलब क्या होंगे ज़्यादातर लोग, है ना। मेजोरिटी सिंगुलर सब्जैक्ट होंगे, प्लूरल सब्जैक्ट होंगे, प्लूरल, ये भी तुहानूं दसता जी, ठीक है। परसों ही क्लास के दसिया प्रैक्टिस क्लास के जी वर्ब की क्लास हुई। तो हुण ए नंबर ऑफ भी प्लूरल सब्जैक्ट होंगे, दी नंबर ऑफ सिंगुलर सब्जैक्ट होंगे, ठीक है, ये चीज़ आपको पता है। हुण देखो तुसीं ध्यान नाल कि किहड़ा कंडीशनल है जी, क्लोज कंडीशनल है, ठीक है। क्लोज कंडीशनल आप यूज़ करते होंगे कुड या वुड हैव प्लस वर्ब दी थर्ड फॉर्म, पैसिव लिखा होया भी इन्होंने सेव किया जा सकता सी, तां करके बी प्लस वर्ब दी थर्ड फॉर्म बिल्कुल सही। अगर उन्हें ब्रेक अप्लाई किए होंगे, ना ब्रेक अप्लाई किए ना कोई सेव होया, इस सेंटेंस का मतलब ये है। तो सेंटेंस हैज़ नो एरर, एरर फ्री है जी, नो इंप्रूवमेंट, ध्यान रखना, ठीक है। नैक्सट इज कमेंसरेशन। कमेंसरेशन एक नाउन होंगे जी, ठीक है, जेडे भी वर्ड्स के पिछे TION लिखा होंगे, नेशन, ठीक है, कोटेशन, तो वो नाउन होंगे जी, ध्यान रखना तुसीं, क्योंकि पेपर ये पूछ रहा है जी, इस बार आएंगे जी ये वर्ड्स। तो कमेंसरेशन का मतलब होंगे भी एन एक्सप्रैशन ऑफ सिंपथी, जो तुसीं किसी लिए सिंपथी शो करते हो, है ना, वो सिंपथी का एक्सप्रैशन है दैट इज़ कॉल्ड। जिमें सपोज करो स्पैशली ये उदों यूज़ किया जाता है जिमें कोई इंसान किसी रेस के हार गया, कोई कंपीटिशन हार गया, तो जिमें मैं कहा आई ऑफर्ड हिम कमेंसरेशन, ठीक है। तो समझ आ गया कमिसरेशन का मतलब की होंगे। हुण कमिसरेशन एक नाउन है, इस चीज़ ध्यान रखना, यह ऑब्जेक्ट है। हुण जो ज़्यादा कितने मैं दसता जो कोई कंपीटिशन वगैरह लूज़ करता उत्थे आप यूज़ करते हैं जी वर्ड्स। वट इज़ कमीशन, कमीशन का मतलब तुहानूं पता होगा जी। नो वट इज़ वास्ट, वास्ट का मतलब कोई साइज़ के वड्डा है, चौड़ा, लंबा, दैट इज़ कॉल्ड वास्ट, कोई चीज़ वड्डी है, ठीक है। वास्टनेस इज एन नाउन, ये भी नाउन है जी। तो यदा सही आंसर पूछा, सिमिलर पूछा, तो सिंपथी इज़ द राइट आंसर। नो वट इज़ कमेंड, कमेंड एक वर्ब होंगी है, कमेंडेशन एक नाउन होंगे जी। कमेंड का मतलब होंगे तारीफ करना, शाबाशी देनी, प्रेज, ध्यान रखना, ठीक है। तो हुण एक वर्ड होंगे कंडेम, ध्यान रखना, CONDEMN, ठीक है, कंडेम, MN, ठीक। कंडेम एक वर्ब होंगे, इसका मतलब होंगे क्रिटिसाइज करना, ठीक है। जिमें भाई कोई इंसान थोड़े बारे कोई है जो व्यूज़ रखता है, कुछ बोल रहा है, तो तुम कहोगे आई वॉन्ट कंडेम इट, है ना, मैं क्रिटिसाइज नहीं करूँगा, जो तुम व्यूज़ रखना है, जो भी तुम बोलना बोल रही। कंडेम का मतलब प्रेज करना, ठीक है, ठीक। ये चीज़ें तुम ध्यान रखना है। तो सही आंसर की हो जाएगा जी सी। नो, ही इज शोइंग द साइंस ऑफ सैनिलिटी, क्लोज टू द ऑपोजिट, ऑपोजिट वर्ड लभना है जी सैनिलिटी का, ठीक है। सैनिलिटी इज़ अ नाउन, यदा मतलब की होंगे बुढ़ापा आना, जो कोई इंसान कन्फ्यूज रहन लग जाता है ना, जो कोई इंसान चीज़ां भुलनियाँ शुरू हो जांदियां। तो गेटिंग ओल्ड
ਜਦੋਂ ਏਜਿੰਗ ਇਫੈਕਟ ਸ਼ੁਰੂ ਹੋ ਜਾਂਦਾ ਆਪਾਂ ਕਹਿੰਦੇ ਨਾ ਵੀ ਆਪਾਂ ਵੀ ਜਿਹੜਾ ਕੁਝ ਆਪਾਂ 20s ਦੇ ਵਿੱਚ ਜਿੰਨੀ ਆਪਣੀ ਲਰਨਿੰਗ ਕੈਪੈਸਿਟੀ ਹੁੰਦੀ ਹੈ ਉਨੀ 30s ਦੇ ਵਿੱਚ ਨਹੀਂ ਹੁੰਦੀ, ਹੌਲੀ ਹੌਲੀ ਘਟਦੀ ਜਾਂਦੀ ਹੈ। ਕਿਉਂਕਿ ਜਿਹੜੀ ਆਪਣੀ ਹਿਊਮਨਸ ਦੀ ਮੈਨ ਪਾਵਰ ਜਿਹਨੂੰ ਆਪਾਂ ਕਹਿੰਦੇ ਆ ਉਹ ਘਟਦੀ ਜਾਂਦੀ ਹੈ। ਜਿਉਂ-ਜਿਉਂ ਉਹ ਪਾਵਰ ਘਟੀ ਜਾਊਗੀ ਤਾਂ ਉਹ ਆਪਣਾ ਬ੍ਰੇਨ ਦੀ ਕੈਪੈਸਿਟੀ, ਆਪਣੀ ਬੋਡੀ ਦੀ ਕੈਪੈਸਿਟੀ ਘਟੀ ਜਾਊਗੀ, ਆਪਣਾ ਸਰੀਰ ਢਿੱਲਾ ਪੈਂਦਾ ਜਾਊਗਾ। ਠੀਕ ਹੈ, ਤਾਂ ਸੈਨਿਲਿਟੀ ਉਸ ਸਟੇਜ ਨੂੰ ਕਹਿੰਦੇ ਨੇ ਜਿੱਥੇ ਆਪਾਂ ਚੀਜ਼ਾਂ ਸ਼ੁਰੂ ਹੋ ਜਾਂਦੇ ਨੇ, ਬੁਢਾਪਾ ਸ਼ੁਰੂ ਹੋ ਜਾਂਦਾ ਜੀ। ਠੀਕ ਹੈ, ਕਿਉਂਕਿ ਮੈਨ ਪਾਵਰ ਘਟ ਰਹੀ ਹੈ। ਹੁਣ ਜਿਹੜੀ ਉਹ ਪਾਵਰ ਘਟ ਰਹੀ ਹੈ, ਉਹਨੂੰ ਹੀ ਕਹਿੰਦੇ ਨੇ ਵਿਰਿਲਿਟੀ, ਉਹਨੂੰ ਕੀ ਕਹਿੰਦੇ ਨੇ, ਵਿਰਿਲਿਟੀ ਕਹਿੰਦੇ ਨੇ ਜੀ। ਠੀਕ ਹੈ, ਮੈਨ ਪਾਵਰ ਕਹਿੰਦੇ ਨੇ ਜਾਂ ਫਿਰ ਜਿਹੜੀ ਵੀ ਤੁਸੀਂ ਪਾਵਰ ਸਮਝਦੇ ਹੋ ਜੀ। ਇਹਦੇ ਪਾਵਰ ਕੈਪਸੂਲ ਵੀ ਆਉਂਦੇ ਨੇ, ਤੁਸੀਂ ਅਗਰ ਮਾਰਕੀਟ ਵਗੈਰਾ ਦੇ ਵਿੱਚ ਦੇਖੇ ਹੋਣਗੇ, ਜਾਂ ਤੁਸੀਂ ਵਿਰਿਲਿਟੀ ਐਕਸ ਕਰਕੇ ਇਹੋ ਜਿਹਾ ਕੁਛ ਬਹੁਤ ਸਾਰੀ ਚੀਜ਼ਾਂ ਆਉਂਦੀਆਂ ਨੇ। ਤਾਂ ਵਿਰਿਲਿਟੀ ਉਸ ਸ਼ਕਤੀ ਨੂੰ ਕਹਿੰਦੇ ਨੇ, ਉਸ ਪਾਵਰ ਨੂੰ ਕਹਿੰਦੇ ਨੇ। ਤਾਂ ਇਸ ਕਰਕੇ ਜਿਹੜਾ ਇਹਦਾ ਆਪੋਜ਼ਿਟ ਵਰਡ ਹੈ ਉਹਨੂੰ ਕੀ ਹੋ ਜਾਊਗਾ, ਵਿਰਿਲਿਟੀ। ਇਹ ਨਾਉਨ ਹੈ, ਸਮਝ ਆ ਗਿਆ, ਗੈਟਿੰਗ ਦ ਪੁਆਇੰਟ। ठीक है, लेजीनेस नहीं हो सकता जी, सुस्ती नहीं हो, मैच्योरिटी ये भी नहीं हो सकता, एजिंग नहीं हो सकता। ठीक है, ये तो दोवें ऑलमोस्ट सिनोनियम ने जी। मिस स्पेल्ट वर्ड लभना जी, इंट्रूड, INTRUDE वर्ब है जी, बिल्कुल ठीक है। इंट्रूड का मतलब क्या होता है, प्राइवेसी भंग करना। अनवेलकमिंग गेस्ट, ठीक है, ਤਾਂ ਮਤਲਬ ਤੁਹਾਨੂੰ ਕਿਸੇ ਨੇ ਬੁਲਾਇਆ ਨਹੀਂ ਹੈ, ਮਤਲਬ ਤੁਸੀਂ ਕਿਸੇ ਦੀ ਪ੍ਰਾਈਵੇਸੀ 'ਚ ਭੰਗ, ਕੋਈ 4 ਬੰਦੇ ਖੜੇ ਹੋ ਗੱਲ ਕਰ ਰਹੇ ਨੇ, ਤੁਸੀਂ ਵਿੱਚ ਜਾ ਕੇ ਯੂ ਆਰ ਪੋਕਿੰਗ ਯੂਅਰ ਨੋਜ਼, ਹੈ ਨਾ, ਤਾਂ ਤੁਹਾਨੂੰ ਬੁਲਾਇਆ ਨਹੀਂ, ਤੁਸੀਂ ਕਿਉਂ ਇੰਟਰੂਡ ਕਰ ਰਹੇ ਹੋ। ਠੀਕ ਹੈ, ਤਾਂ ਉਹ ਚੀਜ਼ ਕਰਨੀ। ਠੀਕ ਹੈ, ਨਾਓ ਵਾਟ ਇਜ਼ ਮੌਕਰੀ। ਮੌਕਰੀ ਦਾ ਮਤਲਬ ਹੁੰਦਾ ਕਿਸ ਦਾ ਮਜ਼ਾਕ ਉਡਾਉਣਾ। ਠੀਕ ਹੈ, ਤਾਂ ਇਹ ਨਾਉਨ ਹੈ ਜੀ। ਰੀਸੈਂਟਲੀ ਆਪਾਂ ਇੱਕ ਵਰਡ ਪੜ੍ਹਿਆ ਰੈਡੀਕਿਊਲ। ਰੈਡੀਕਿਊਲ ਵਰਡ ਬਹੁਤ ਇੰਪੋਰਟੈਂਟ ਹੈ। ਰੀਸੈਂਟਲੀ ਕਿਸੇ ਐਗਜ਼ਾਮ ਦੇ ਵਿੱਚ ਵੀ ਆਇਆ। ਰੈਡੀਕਿਊਲ ਦਾ ਮਤਲਬ ਕੀ ਹੁੰਦਾ ਕਿ ਜਿਵੇਂ ਕਲਾਸ ਦੀ ਤੁਹਾਨੂੰ ਟੀਚਰ 'ਚ ਐਗਜ਼ਾਮਪਲ ਦਿੱਤੇ ਸੀ, ਕੋਈ ਸਟੂਡੈਂਟ ਹੈ ਨਾ, ਕੋਈ ਵੀਕ ਹੈ ਜਾਂ ਫਿਰ ਅੱਜ ਐਬਸੈਂਟ ਹੈ, ਸਾਰੀ ਕਲਾਸ ਮਿਲ ਕੇ ਤਾਂ ਮਜ਼ਾਕ ਉਡਾ ਰਹੀ ਹੈ, ਉਹਦੇ ਬਾਰੇ ਗੱਲਾਂ ਕਰ ਰਹੀ ਹੈ, ਜ਼ਿਆਦਾ ਜਿੰਨਾ ਉਹ ਹੈ ਵੀ ਨਹੀਂ, ਹੈ ਨਾ, ਜਿੰਨਾ ਉਹ ਬਈ ਨੇਈਵ ਹੈ ਨਾ ਕੋਈ ਇਨਸਾਨ, ਤਾਂ ਉਹਦੇ ਬਾਰੇ ਹੋਰ ਵਧਾ ਚੜਾ ਕੇ ਬੋਲਣਾ, ਉਹਦੀ ਬੇਇੱਜ਼ਤੀ ਕਰਨੀ, ਉਹਦੀ ਮੌਕਰੀ ਕਰਨੀ। ਠੀਕ ਹੈ, ਤਾਂ ਮੌਕਰੀ ਨਹੀਂ ਹੋ ਸਕਦਾ ਜੀ। MOCKERY ਸਹੀ ਹੈ ਸਪੈਲਿੰਗ, MODERATOR, ਇਹ TOR ਹੁੰਦਾ, ਧਿਆਨ ਰੱਖਣਾ। ਠੀਕ ਹੈ, ਤਾਂ ਜਿਵੇਂ ਐਕਟ, ACT ਪਤਾ ਜੀ, ਐਕਟ ਦਾ ਕੀ ਬਣ ਜੂ, ਮੋਡਰੇਟ ਤੋਂ ਕੀ ਬਣਦਾ, ਮੋਡਰੇਟਰ, ACTOR, ਐਕਟਰ ਇੱਕ ਨਾਉਨ ਬਣ ਜਾਂਦਾ ਜੀ। ਠੀਕ ਹੈ, ਹੁਣ ਮੋਡਰੇਟਰ ਕੀ ਹੁੰਦਾ ਜੀ, ਇਹ ਆਨਸਰ ਹੋ ਗਿਆ। ਮੋਡਰੇਟਰ ਦਾ ਮਤਲਬ ਕੀ, ਜਿਹੜਾ ਬੰਦਾ ਮੋਡਰੇਟ ਕਰਦਾ। ਮੋਡਰੇਟ ਦਾ ਮਤਲਬ ਦੇਖਣਾ ਨਹੀਂ ਰੱਖਣੀ, ਹੈ ਨਾ, ਕੋਈ ਗਰੁੱਪ ਦਾ ਮੋਡਰੇਟਰ ਹੈ, ਵੀ ਕੋਈ ਚੀਜ਼ਾਂ ਗਲਤ ਨਾ ਹੋ ਰਹੀਆਂ ਹੋਣ, ਕੋਈ ਫਾਲਤੂ ਲਿੰਕਸ ਨਾ ਪਾਵੇ, ਕੁਝ ਕਰਨਾ, ਦੈਟ ਇਜ਼ ਕਾਲਡ ਮੋਡਰੇਟਰ। ਠੀਕ ਹੈ, ਮੋਡਰੇਟਰ ਗੇਮ ਦੇ ਵਿੱਚ ਵੀ ਹੋ ਸਕਦਾ ਵੀ ਗਲਤ ਚੀਜ਼ਾਂ ਨੂੰ ਹੋਣ ਤੋਂ ਰੋਕਣਾ, ਜਿਹਦੀ ਰਿਸਪੌਂਸਿਬਿਲਿਟੀ ਹੈ ਵੀ ਨਾਟ ਟੂ ਹੈਪਨ ਰੋਂਗ ਥਿੰਗਸ। ਠੀਕ ਹੈ, ਫਿਨੋਮੀਨਨ, ਫਿਨੋਮੀਨਨ PHENOMENON। ठीक है, तो बिल्कुल सही लिखा है जी, फिनोमिनन PHENOMENON। ठीक है, बिल्कुल सही है जी। यह सिंगुलर है, ध्यान रखना। अगर इसका प्लूरल लिखना है, प्लूरल किमें लिखोगे, PHENOMENA, फिनोमिना, यह प्लूरल हो जाता जी। ठीक है, नाउ व्हाट इज फिनोमिनन। फिनोमिनन सिंगुलर होंगे, फिनोमिना प्लूरल होंगे। ਜਿਹੜਾ ਹੁਣ ਪਿੱਛੇ ਫੋਰੈਸਟ ਗਾਰਡ ਦਾ ਪੇਪਰ ਵਿੱਚ ਰੇਡੀਅਸ ਤੇ ਰੇਡੀਆਈ ਦੇ ਕੁਐਸਚਨ ਆਇਆ, ਤਾਂ ਇਸ ਕਰਕੇ ਇੰਪੋਰਟੈਂਟ ਹੈ, ਤਾਂ ਦੱਸਿਆ ਤੁਹਾਨੂੰ। ਠੀਕ ਹੈ, ਹੁਣ ਫਿਨੋਮੀਨਾ ਤੇ ਫਿਨੋਮੀਨਨ ਹੁੰਦਾ ਕੀ ਹੈ, ਕੋਈ ਵੀ ਇਹੋ ਜਿਹੀ ਚੀਜ਼, ਕੋਈ ਵੀ ਇਹੋ ਜਿਹਾ ਐਕਟ, ਇਹੋ ਜਿਹਾ ਪ੍ਰੋਸੈਸ ਜਿਹੜਾ ਵਿਦਆਊਟ ਹਿਊਮਨ ਇਨਪੁਟ ਹੋਵੇ, ਮੈਨ ਨੇ ਕੁਝ ਨਹੀਂ ਕੀਤਾ, ਉਹ ਆਪਣੇ ਆਪ ਹੋ ਰਿਹਾ, ਤਾਂ ਕਰਕੇ ਉਹਨੂੰ ਹਜੇ ਚੰਗੇ ਤਰੀਕੇ ਨਾਲ ਸਮਝਿਆ ਵੀ ਨਹੀਂ ਗਿਆ। ਕਿਉਂਕਿ ਜਿਹੜੀ ਚੀਜ਼ ਆਪਾਂ ਕੀਤੀ ਨਹੀਂ, ਆਪਾਂ ਉਹਨੂੰ ਸਮਝ ਕਿਵੇਂ ਸਕਦੇ ਹਾਂ, ਬਹੁਤ ਸਾਰੀਆਂ ਇਹ ਚੀਜ਼ ਆਪਾਂ ਨੂੰ ਸਮਝ ਹੀ ਨਹੀਂ ਪਾਉਂਦੇ, ਹੈ ਨਾ। ਹੁਣ ਜਿਵੇਂ ਅਰਥ ਕਿਉਂ ਕਿ ਆਪਾਂ ਨੂੰ ਪਤਾ ਹੈ ਕਿ ਸਿਸਮੈਟਿਕ ਪਲੇਟਸ ਹਿਲਦੀਆਂ ਨੇ, ਟਕਰਾਉਂਦੀਆਂ ਨੇ, ਲੇਕਿਨ ਉਹਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਜਾ ਚੁੱਕਿਆ ਵੀ ਕਿਉਂ ਆ ਰਿਹਾ, ਕਿਵੇਂ ਆ ਰਿਹਾ, ਤਾਂ ਦੈਟ ਇਜ਼ ਕਾਲਡ ਫਿਨੋਮੀਨਨ। ਠੀਕ ਹੈ, ਫਿਨੋਮੀਨਾ ਪਲੂਰਲ ਹੋ ਜਾਂਦਾ ਜੀ। ਫਿਨੋਮੀਨਲ ਤੁਸੀਂ ਸੁਣਿਆ ਹੋਊਗਾ। ਫਿਨੋਮੀਨਲ ਇਜ਼ ਐਨ ਐਡਜੈਕਟਿਵ। ਫਿਨੋਮੀਨਲ ਦਾ ਮਤਲਬ ਕੀ ਹੁੰਦਾ, ਸਮਥਿੰਗ ਦੈਟ ਇਜ਼ ਐਕਸਟਰਾਆਰਡੀਨਰੀ, ਹੈ ਨਾ, ਤਾਂ ਉਹੀ ਕੰਟੈਕਸਟ ਦੇ ਵਿੱਚ ਜਿਹਦੀ ਡਿਗਰੀ ਵੱਧ ਗਈ, ਹੈ ਨਾ, ਉਹਨੂੰ ਸਮਝਿਆ ਨਹੀਂ ਜਾ ਸਕਦਾ, ਹੈ ਨਾ, ਉਸ ਤਰੀਕੇ ਨਾਲ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਫਿਨੋਮੀਨਲ ਪਰਫਾਰਮੈਂਸ, ਫਿਨੋਮੀਨਲ ਸਕਸੈਸ, ਵੀ ਇੰਨਾ ਤਾਂ ਘੈਂਟ ਸਕਸੈਸ ਹੈ, ਕਿਵੇਂ ਹਾਸਿਲ ਕਰ ਲਿਆ, ਹੈ ਨਾ, ਤਾਂ ਉਹ ਚੀਜ਼ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਨੈਕਸਟ ਹੈਗਾ PKORS, ਲਿਟਲ, ਦੈਟ ਹੀ ਹੈਡ ਬੀਨ ਲੈਟ ਡਾਊਨ। ਲਿਟਲ ਡਿਡ ਹੀ ਰਿਅਲਾਈਜ਼, ਮੰਜ਼ਿਲ ਵਿੱਚ ਕਰਾਇਆ ਹੋਇਆ। ਇਨਵਰਜ਼ਨ ਯੂਜ਼ ਹੁੰਦਾ ਜੀ ਜਦੋਂ ਆਪਾਂ ਲਿਟਲ ਵਗੈਰਾ ਯੂਜ਼ ਕਰਦੇ ਹਾਂ, ਹਾਰਡਲੀ, ਸਕਾਰਸਲੀ, ਹੈ ਨਾ, ਇਹੋ ਜਿਹੇ ਵਰਡ ਯੂਜ਼ ਕਰਦੇ ਹਾਂ, ਨੋ ਸੋਨਰੀ ਵਰਡ ਯੂਜ਼ ਕਰਦੇ ਹਾਂ, ਤਾਂ ਇਨਵਰਜ਼ਨ ਯੂਜ਼ ਹੁੰਦਾ। ਇਨਵਰਜ਼ਨ ਕੀ ਕਹਿੰਦਾ, ਜਿਹੜੀ ਹੈਲਪਿੰਗ ਵਰਬ ਹੈ ਉਹ ਸਬਜੈਕਟ ਤੋਂ ਪਹਿਲਾਂ ਲਿਖੀ ਜਾਂਦੀ ਹੈ, ਤਾਂ ਇਸ ਕਰਕੇ ਆਰ ਤੋਂ ਸ਼ੁਰੂ ਹੋਊਗਾ। ਆਰ ਤੋਂ ਸ਼ੁਰੂ ਹੋਊਗਾ ਤਾਂ ਗਲਤ ਹੋ ਗਿਆ। ਲਿਟਲ ਡਿਡ ਹੀ ਰਿਅਲਾਈਜ਼, ਕੀ ਰਿਅਲਾਈਜ਼ ਕੀਤਾ, ਦੈਟ, ਤਾਂ ਆਰ ਤੋਂ ਬਾਅਦ ਕੀ ਹੋਊਗਾ, ਪੀ, ਤਾਂ ਆਰ ਪੀ ਦਾ ਇੱਕ ਅਨਬ੍ਰੇਕੇਬਲ ਪੇਅਰ ਬਣ ਗਿਆ। ਆਰ ਪੀ ਦੇਖੋ ਕਿੱਥੇ ਹੈ, ਆਰ ਪੀ ਹੈ ਨਹੀਂ, ਆਰ ਪੀ ਉਰੇ ਹੈਗਾ, ਅਗਲਾ ਦੇਖ ਲਓ। ਲਿਟਲ ਡਿਡ ਹੀ ਰਿਅਲਾਈਜ਼ ਦੈਟ ਹੀ ਹੈਡ ਬੀਨ ਲੈਟ ਡਾਊਨ, हाँ, बाय अ कलीग, है ना,
whom he had stood by all the days, मतलब ਉਹਨੇ ਰਿਅਲਾਈਜ਼ ਕੀਤਾ ਕਿ ਜਿਹਦੇ ਕਰਕੇ ਉਹ ਸਾਰਾ ਟਾਈਮ ਖੜਾ ਸੀ, ਜਿਹਦੇ ਲਈ ਉਹ ਸਾਰਾ ਟਾਈਮ ਖੜਾ ਸੀ, ਉਹਨੇ ਹੀ ਉਹਨੂੰ ਨਿਰਾਸ਼ ਕਰਤਾ। ਠੀਕ ਹੈ, ਲੈਟ ਡਾਊਨ ਬਾਈ ਤਾਂ ਇਹਦਾ मतलब ਕੀ ਹੈ, ਫਿਰ ਐਸਾ ਹੋਊਗਾ ਕਿਉਂ, ਲਾਸਟ ਤੇ ਕਿਉਂ ਹੋਊਗਾ, ਲਾਸਟ ਤੇ ਕਿਉਂ ਕਿੱਥੇ ਹੈ, ਤਾਂ ਇਸ ਇਜ਼ ਦਾ ਰਾਈਟ ਆंसर, ਤਾਂ ए इज़ द राइट आंसर। ठीक है जी, आई होप क्लीयर हो गया होगा। ठीक है जी, बस ਇੰਨੀ ਕੁਐਸਚਨ ਸੀ। ਜ਼ੀਰੋ ਲੈਵਲ ਤੋਂ ਅਗਰ ਕੋਈ ਜਿਵੇਂ ਤੁਸੀਂ ਕੁਐਸਚਨ ਸਿੱਖੇ ਨੇ ਨਾ, ਕੋਈ ਰੂਲ ਵਗੈਰਾ ਨਹੀਂ ਮੈਂ ਦੱਸਦਾ ਜੀ, ਜ਼ੀਰੋ ਲੈਵਲ ਤੋਂ ਤੁਸੀਂ ਸਹੀ ਤਰੀਕੇ ਨਾਲ ਪੜ੍ਹਨਾ ਹੈ, ਵੋਕੈਬਲਰੀ ਪੂਰੀ ਚੰਗੇ ਤਰੀਕੇ ਨਾਲ ਕਰਨੀ ਹੈ। ਠੀਕ ਹੈ, ਘੱਟੋ ਘੱਟ ਅਸੀਂ 100 ਵੀਡੀਓਜ਼ ਤੋਂ ਜ਼ਿਆਦਾ ਨਹੀਂ ਜੀ ਵੋਕੈਬਲਰੀ ਦੀਆਂ। ਠੀਕ ਹੈ ਜੀ, ਘੱਟੋ ਘੱਟ 100 ਵੀਡੀਓਜ਼ ਨੂੰ ਦੱਸ ਰਹੇ ਹਾਂ ਜੀ। ਉਦੋਂ ਬਾਅਦ 'ਚ 7 ਮੌਕ ਟੈਸਟ, ਅਥੈਂਟਿਕ ਮੌਕ ਟੈਸਟ, ਜਿਵੇਂ PSSB ਕੁਐਸਚਨ ਪੁੱਛਦਾ 15 ਨੰਬਰ ਦੇ। ਠੀਕ ਹੈ, ਬਹੁਤ ਵਧੀਆ ਤਰੀਕੇ ਨਾਲ ਡਿਸਕ੍ਰਿਪਟਿਵ ਵੀ ਕਰਾਇਆ ਹੈ, ਤੇ ਪ੍ਰੈਕਟਿਸ ਬੈਚ ਜਿਹੜਾ ਇੰਗਲਿਸ਼ ਦਾ ਪ੍ਰੈਕਟਿਸ ਕੰਪਲੀਟ ਪ੍ਰੈਕਟਿਸ ਬੈਚ, ਸਾਰਾ ਕੁਝ ਵਿੱਚ ਮਿਲਾ ਕੇ ਜਿਹੜੀ ਇਹਦੀ ਫੀਸ ਹੈ 2500 ਪਲੱਸ 1000 रुपये का प्रैक्टिस बैच है, 3400 हो गया, लेकिन सारा कुछ कट कटा के किन्ने का दे रहे हैं जी, सिर्फ 1100 रुपये का। ठीक है, 1 साल की वैलिडिटी हो, मल्टीपल टाइम्स तुम देख सकते हो, रिकॉर्डेड बैच है जी। कोई डाउट होएगा तो वो डाउट्स ग्रुप के ऐड किया जाएगा। ठीक है, कितों इनरोल कर सकते हो, साड़ी ऐप डाउनलोड कर लो जी, इलैक्ट्रिक इंग्लिश ऐप, उत्थे जाके तुम इनरोल कर सकते हो। हजे फिलहाल ऑफर चल रहा है, तो 3500 टोटल कॉस्ट है, थोड़ा सारा कुछ कट कटा के 1100 रुपये का मिल रहा है। ठीक है जी, आई होप कि थोड़ा समझ आ गया होगा। एंड जेडे स्टूडेंट ने PYQ बुक करनी है जी, वो PYQ बुक कर सकता है। दिस इज़ आवर बुक, ये बुक तुहाडे घरे आएगी जी। सारे सबजैक्ट वाइज कंपाइल्ड ने जी, तो बहुत सारे बेनीफिट्स स्टूडेंट्स तो लै चुके हैं। 5 PSSB के मॉक टेस्ट ने जी, फुल 5 PPSC के ने जी, फ्री डिलीवरी है, तो वीडियो सोल्यूशन साडी ऐप के थोड़ा फ्री मिलेगा। ऐप तो ही तुसीं किताब बाय कर सकते हो, या फिर सीधा डायरैक्ट लिंक डिस्क्रिप्शन दिता हुआ है। ये ऑफलाइन दुकानों तो नहीं मिलती जी, ऑनलाइन साडे तो ही मिलती है। ऑनलाइन तुसीं इहनूं बाय कर सकते हो, असीं डिस्पैच करते हैं, 2-3 दिन तुहाडे घरे पहुँच जाती है जी। ठीक है, कोई होर इन्फॉर्मेशन चाहिए है तुसीं नीचे कमेंट कर सकते हो, वी शैल ट्राई टू हैल्प यू। कि किसी स्टूडेंट ने कंप्लीट बैच करना है तो वह एक लक्ष्य बैच है, वो जो सारे सबजैक्ट्स, सारे मॉक टेस्ट, PYQ बुक सोल्यूशन जोड़े भी साढ़े बैच ने, सारे बैच वो भी थोड़ा मिल जूगा, वो साड़ी ऐप पर मिल सकता जी। तुसीं होर कोई इन्फॉर्मेशन चाहिए कमेंट कर सकते हो, असीं थोड़ी हेल्प करने की कोशिश करांगे। दिस इज़ P जिंदल साइनिंग ऑफ बाय, ऑल द बेस्ट।